ओशो ਦੇ ਲੈਕਚਰ ਇੱਕ ਓਂਕਾਰ ਸਤਨਾਮ। ਮਨੁੱਖ ਨੂੰ ਇੰਨੀ ਸਮਝ ਤਾਂ ਹੋਣੀ ਚਾਹੀਦੀ ਹੈ ਕਿ ਜਿਹੜਾ ਮੇਰੇ ਲਈ ਪ੍ਰਤੀਕ ਨਹੀਂ ਹੈ ਉਹ ਦੂਜੇ ਲਈ ਪ੍ਰਤੀਕ ਹੋ ਸਕਦਾ ਹੈ, ਅਤੇ ਪ੍ਰਤੀਕ ਨਿੱਜੀ ਘਟਨਾ ਹੈ। ਉਹਨੂੰ ਸਾਰਵਜਨਿਕ ਰੂਪ ਨਾਲ ਸਿੱਧ ਕਰਨ ਦਾ ਕੋਈ ਉਪਾਅ ਨਹੀਂ ਹੈ, ਕਿਉਂਕਿ ਉਹ ਭਾਵ ਦੀ ਗੱਲ ਹੈ, ਉਹ ਅੰਤਰ ਭਾਵ ਹੈ, ਉਹ ਬਹੁਤ ਡੂੰਘੀ ਅਤੇ ਅੰਦਰੂਨੀ ਘਟਨਾ ਹੈ। ਉਹਨੂੰ ਬਾਹਰ ਲਿਆਉਣ ਦਾ ਕੋਈ ਉਪਾਅ ਨਹੀਂ ਹੈ। ਬਾਹਰ ਲਿਆਉਂਦੇ ਲਿਆਉਂਦੇ ਉਹ ਗੁਆਚ ਜਾਂਦੀ ਹੈ। ਕਿਸੇ ਆਦਮੀ ਦੇ ਲਈ ਪਿੱਪਲ ਦਾ ਦਰਖਤ ਪ੍ਰਤੀਕ ਹੈ। ਤੁਸੀਂ ਉਹਨੂੰ ਨਾ ਕਹਿਣਾ ਕਿ ਕੀ ਦਰਖਤ ਨੂੰ ਪੂਜ ਰਹੇ ਹੋ, ਪਾਗਲ ਹੋ ਗਏ ਹੋ। ਸਵਾਲ ਕਿਸ ਨੂੰ ਪੂਜ ਰਹੇ ਹੋ ਇਹ ਹੈ ਹੀ ਨਹੀਂ, ਸਵਾਲ ਪੂਜਾ ਦਾ ਹੈ। ਕਿਸ ਬਹਾਨੇ ਪੂਜਾ ਹੋ ਜਾਏ। ਸਾਰੇ ਬਹਾਨੇ ਠੀਕ ਹਨ, ਸਾਰੇ ਹੀ ਬਹਾਨੇ ਗਲਤ ਹਨ। ਜੇਕਰ ਤੁਸੀਂ ਵਿਗਿਆਨਕ ਢੰਗ ਨਾਲ ਸੋਚੋ ਤਾਂ ਪਿੱਪਲ ਦਾ ਦਰਖਤ ਹੈ, ਪੱਥਰ ਪੱਥਰ ਹੈ, ਰੁਮਾਲ ਰੁਮਾਲ ਹੈ। ਪਰ ਵਿਗਿਆਨ ਦਾ ਇੱਥੇ ਕੀ ਲੈਣਾ ਦੇਣਾ। ਧਰਮ ਪ੍ਰੇਮ ਦੀ ਹਕੂਮਤ ਹੈ, ਤਰਕ ਤੇ ਬੁੱਧੀ ਦੀ ਨਹੀਂ। ਬਹੁਤ ਮਜ਼ੇ ਦੀ ਗੱਲ ਹੈ, ਹਰ ਆਦਮੀ ਆਪਣੇ ਪ੍ਰਤੀਕ ਨੂੰ ਤਾਂ ਮੰਨ ਕੇ ਟੁਰਦਾ ਹੈ, ਪਰ ਦੂਜੇ ਦੇ ਪ੍ਰਤੀਕ ਨਾਲ ਮੁਸੀਬਤ ਖੜੀ ਹੋ ਜਾਂਦੀ ਹੈ। ਤੁਸੀਂ ਆਪਣੀ ਪ੍ਰੇਮਿਕਾ ਦੇ ਰੁਮਾਲ ਨੂੰ ਤਾਂ ਸਾਂਭ ਕੇ ਰੱਖਿਆ, ਦੂਜਿਆਂ ਨੂੰ ਵੀ ਸਾਂਭ ਕੇ ਰੱਖਣ ਦਿਓ। ਉਹਨਾਂ ਦੀਆਂ ਪ੍ਰੇਮਿਕਾਵਾਂ ਦੇ ਰੁਮਾਲ ਹਨ। ਨਾਨਕ ਕਹਿੰਦੇ ਹਨ, ਪ੍ਰਤੀਕ ਵੀ ਜਿਸ ਤੋਂ ਵੀ ਇਸ਼ਾਰਾ ਮਿਲ ਜਾਏ। ਹੁਣ ਸਮਝੋ, ਜੇਕਰ ਕਿਸੇ ਆਦਮੀ ਨੂੰ ਪਿੱਪਲ ਦੇ ਦਰਖਤ ਦੇ ਦੇਵਤਾ ਵਿੱਚ ਹੀ ਰਸ ਹੈ, ਤਾਂ ਜੇਕਰ ਪਿੱਪਲ ਦੇ ਦਰਖਤ ਦੇ ਕੋਲ ਹੀ ਸਮਾਧੀ ਨੂੰ ਪ੍ਰਾਪਤ ਹੋ ਜਾਂਦਾ ਹੈ, ਆਨੰਦ ਮਗਨ ਹੋ ਕੇ ਨੱਚਣ ਲੱਗਦਾ ਹੈ, ਤਾਂ ਅਸਲੀ ਸਵਾਲ ਦਰਖਤ ਥੋੜ੍ਹਾ ਹੀ ਹੈ। ਅਸਲੀ ਸਵਾਲ ਤਾਂ ਇਹ ਆਨੰਦ ਮਗਨ ਨਾਚ ਹੈ। ਇਹ ਨਾਚ ਜਿੱਥੇ ਵੀ ਵਾਪਰ ਜਾਏ, ਜਿਸ ਬਹਾਨੇ ਵੀ ਉਹਦੀ ਯਾਦ ਆ ਜਾਏ, ਉਹੀ ਅਮੁੱਲ ਹੈ। ਉਹਦਾ ਵਰਦਾਨ ਅਮੁੱਲ ਹੈ, ਉਹਦਾ ਪ੍ਰਤੀਕ ਅਮੁੱਲ ਹੈ, ਉਹਦੀ ਕਿਰਪਾ ਅਮੁੱਲ ਹੈ, ਉਹਦੀ ਆਗਿਆ ਅਮੁੱਲ ਹੈ। ਉਹ ਮੁੱਲ ਤੋਂ ਵੀ ਕਿੰਨਾ ਅਮੁੱਲ ਹੈ, ਉਹਦਾ ਬਖਿਆਨ ਨਹੀਂ ਹੋ ਸਕਦਾ। ਉਹਦਾ ਬਖਿਆਨ ਕਰਦੇ ਕਰਦੇ ਕਿੰਨੇ ਧਿਆਨ ਮਗਨ ਹੁੰਦੇ ਰਹਿੰਦੇ ਹਨ। ਉਹਦੇ ਬਖਾਨ ਦਾ ਮਤਲਬ ਹੀ ਇੰਨਾ ਹੈ ਕਿ ਇਹਨੂੰ ਜ਼ਰਾ ਸਮਝੋ। ਨਾਨਕ ਬਾਰ-ਬਾਰ ਕਹਿੰਦੇ ਹਨ, ਉਹਦਾ ਬਖਿਆਨ ਨਹੀਂ ਹੋ ਸਕਦਾ, ਕੋਈ ਉਪਾਅ ਨਹੀਂ ਬਖਾਨ ਕਰਨ ਦਾ। ਫਿਰ ਵੀ ਬਖਾਨ ਕਰੀ ਜਾਂਦੇ ਆ। ਕਰ ਕੀ ਰਹੇ ਆ ਨਾਨਕ? ਜੇ ਉਹਦਾ ਬਖਿਆਨ ਨਹੀਂ ਹੋ ਸਕਦਾ ਤਾਂ ਇਹ ਸਾਰੇ ਸ਼ਬਦ ਕਰ ਕੀ ਰਹੇ ਹਨ? ਇਹ ਸਭ ਉਹਦਾ ਬਖਿਆਨ ਹੈ। ਤਦ ਇੱਕ ਵੱਡੀ ਤਰਕ ਵਾਲੀ ਬੁਝਾਰਤ ਖੜੀ ਹੋ ਜਾਂਦੀ ਹੈ। ਅਨੇਕ ਲੋਕ ਮੈਨੂੰ ਆ ਕੇ ਪੁੱਛਦੇ ਆ ਵੀ ਬੁੱਧ ਕਹਿੰਦੇ ਆ ਕੁਝ ਕਿਹਾ ਨਹੀਂ ਜਾ ਸਕਦਾ, ਫਿਰ ਬੁੱਧ ਬੋਲਦੇ ਕਿਉਂ ਹੈ? ਮੈਨੂੰ ਕਹਿੰਦੇ ਆ ਕਿ ਤੁਸੀਂ ਕਹਿੰਦੇ ਹੋ ਕੁਝ ਕਿਹਾ ਨਹੀਂ ਜਾ ਸਕਦਾ ਤੇ ਤੁਸੀਂ ਰੋਜ਼ ਬੋਲੀ ਜਾਂਦੇ ਹੋ। ਸੰਗਤ ਮਾਲੂਮ ਨਹੀਂ ਹੁੰਦੀ, ਇਹਨੂੰ ਜ਼ਰਾ ਸਮਝੋ। ਨਾਨਕ ਕਹਿੰਦੇ ਉਹਦਾ ਬਖਾਨ ਨਹੀਂ ਹੋ ਸਕਦਾ, ਬਖਿਆਨ ਕਰੀ ਵੀ ਜਾਂਦੇ ਆ, ਕਿਉਂਕਿ ਬਖਾਨ ਕਰਦੇ ਕਰਦੇ ਹੀ ਸਮਾਧੀ ਲੱਗ ਜਾਂਦੀ ਹੈ। ਬਖਿਆਨ ਤਾਂ ਨਹੀਂ ਹੋ ਸਕਦਾ, ਪਰ ਉਹਦੀ ਚਰਚਾ ਕਰਨੀ ਇੰਨੀ ਮਿੱਠੀ ਹੈ, ਚਰਚਾ ਹੋ ਹੀ ਨਹੀਂ ਸਕਦੀ। ਕਹਿ ਕੇ ਵੀ ਕੁਝ ਕਿਹਾ ਨਹੀਂ ਜਾਂਦਾ, ਅਣਕਿਹਾ ਰਹਿ ਜਾਂਦਾ ਹੈ। ਪਰ ਉਹਦੀ ਚਰਚਾ ਕਰਨਾ ਹੀ ਇੰਨਾ ਆਨੰਦਪੂਰਨ ਹੈ ਕਿ ਉਹਦੀ ਚਰਚਾ ਕਰਦੇ ਕਰਦੇ ਧਿਆਨ ਲੱਗ ਜਾਂਦਾ ਹੈ। ਬੋਲ ਬੋਲ ਕੇ ਕੁਝ ਕਿਹਾ ਤਾਂ ਨਹੀਂ ਜਾ ਸਕਦਾ, ਬੋਲਦੇ ਬੋਲਦੇ ਬੋਲਣ ਵਾਲਾ ਗੁਆਚ ਜਾਂਦਾ ਹੈ। ਉਹਦਾ ਬਖਿਆਨ ਕਰਦੇ ਕਰਦੇ ਕਿੰਨੇ ਧਿਆਨ ਮਗਨ ਹੋ ਜਾਂਦੇ ਹਨ। ਵੇਦ ਉਹਦਾ ਵਰਣਨ ਕਰਦੇ ਹਨ, ਪੁਰਾਣ ਉਹਦਾ ਪਾਠ ਕਰਦੇ ਹਨ, ਵਿਦਵਾਨ ਉਹਦਾ ਵਰਣਨ ਕਰਕੇ ਵਿਖਿਆਨ ਕਰਦੇ ਹੈ। ਇੰਦਰ ਤੇ ਬ੍ਰਹਮਾ ਉਹਦਾ ਵਰਣਨ ਕਰਦੇ ਹਨ, ਗੋਪੀ ਤੇ ਗੋਬਿੰਦ ਉਹਦਾ ਵਰਣਨ ਕਰਦੇ ਹਨ, ਵਿਸ਼ਨੂੰ ਤੇ ਸਿੱਧ ਉਹਦਾ ਵਰਣਨ ਕਰਦੇ ਹਨ, ਅਨੇਕ ਅਨੇਕ ਬੁੱਧ ਉਹਦਾ ਵਰਣਨ ਕਰਦੇ ਹਨ, ਦਾਨਵ ਤੇ ਦੇਵ ਵੀ ਉਹਦਾ ਵਰਣਨ ਕਰਦੇ ਹਨ, ਸੁਰ ਨਰ ਮੁਨ ਜਨ ਤੇ ਸੇਵਕ ਜਨ ਉਹਦਾ ਵਰਣਨ ਕਰਦੇ ਹਨ। ਉਹਦਾ ਵਰਣਨ ਵਰਣਨ ਲਈ ਨਹੀਂ ਹੈ, ਉਹਦਾ ਵਰਣਨ ਵੀ ਧਿਆਨ ਦੀ ਇੱਕ ਵਿਧੀ ਹੈ। ਉਹਦੀ ਚਰਚਾ ਉਹਦੇ 'ਚ ਗੁਆਚ ਜਾਣ ਦਾ ਇੱਕ ਉਪਾਅ ਹੈ। ਉਹਦੀ ਗੱਲ ਕਰਨਾ ਉਸ ਵੱਲ ਉਨਮੁਖ ਹੋਣ ਦਾ ਰਾਹ ਹੈ। ਜਿੱਥੇ ਉਹਦੀ ਗੱਲ ਹੁੰਦੀ ਹੈ, ਉੱਥੇ ਬੈਠ ਕੇ ਉਹਦੀ ਗੱਲ ਸੁਣ ਲੈਣਾ ਵੀ। ਤੁਹਾਡੇ ਅੰਦਰ ਵੀ ਸ਼ਾਇਦ ਇੱਕ ਕਦਮੀ ਦੀ ਕਣੀ ਪੈ ਜਾਏ, ਸ਼ਾਇਦ ਤੁਹਾਡੇ ਤਿਹਾਈ ਕੰਠ ਉੱਤੇ ਵੀ ਕੋਈ ਚੀਜ਼ ਪੈ ਜਾਏ, ਸ਼ਾਇਦ ਅਚਨਚੇਤ ਕੁਝ ਸੁਣਾਈ ਪੈ ਜਾਏ, ਸ਼ਾਇਦ ਤੁਹਾਡੇ ਬੋਲੇਪਨ ਨੂੰ ਤੋੜ ਕੇ ਕੋਈ ਸ਼ਬਦ ਅੰਦਰ ਪ੍ਰਵੇਸ਼ ਕਰ ਜਾਏ, ਸ਼ਾਇਦ ਤੁਹਾਡੀਆਂ ਅੰਨੀਆਂ ਅੱਖਾਂ ਵੀ ਥੋੜ੍ਹੀ ਜਿਹੀ ਰੌਸ਼ਨੀ ਨਾਲ ਭਰ ਜਾਣ, ਤੁਹਾਡੀ ਬੁੱਧੀ ਦੇ ਵਿਚਾਰ ਵੀ ਥੋੜ੍ਹੀ ਦੇਰ ਲਈ ਉਹਦੀ ਚਰਚਾ ਦੇ ਰਾਗ, ਉਹਦੀ ਚਰਚਾ ਦੇ ਰੰਗ ਵਿੱਚ, ਉਹਦੀ ਚਰਚਾ ਦੇ ਸੰਗੀਤ 'ਚ ਡੁੱਬ ਜਾਣ। ਥੋੜ੍ਹੀ ਦੇਰ ਲਈ ਤੁਸੀਂ ਚੁੱਪ ਹੋ ਜਾਓ, ਤੁਹਾਡੇ ਅੰਦਰ ਜਿਹੜੀ ਵਾਰਤਾਲਾਪ ਦੀ ਵਿਧੀ ਚੱਲ ਰਹੀ ਹੈ ਉਹ ਖਿੰਡ ਜਾਏ, ਤੁਹਾਡਾ ਇਟਰਨਲ ਡਾਇਲਾਗ ਟੁੱਟ ਜਾਏ। ਇਸੇ ਲਈ ਨਾਨਕ ਉਹਦੇ ਗੀਤ ਗਾਉਂਦੇ ਹਨ। ਉਹਦੇ ਗੀਤ ਗਾਉਂਦੇ ਹਨ ਕਿਉਂਕਿ ਗਾਉਂਦੇ ਗਾਉਂਦੇ ਗਾਇਕ ਉਸ 'ਚ ਗੁੰਮ ਹੋ ਸਕਦਾ ਹੈ, ਗਾਉਂਦੇ ਗਾਉਂਦੇ ਸੁਣਨ ਵਾਲਾ ਵੀ ਉਸ 'ਚ ਗੁਆਚ ਸਕਦਾ ਹੈ। ਇਸ ਲਈ ਨਾਨਕ ਨੇ ਕਿਹਾ ਨਹੀਂ, ਗਾਇਆ, ਕਿਉਂਕਿ ਗਾਉਣ ਨਾਲ ਬਹੁਤ ਸੌਖ ਹੋ ਜਾਏਗੀ। ਸੰਗੀਤ ਦੀ ਵੀ ਵਰਤੋਂ ਕੀਤੀ ਕਿਉਂਕਿ ਤੁਹਾਡੇ ਅੰਦਰ ਦਾ ਸੁਰ ਸੱਧ ਜਾਏਗਾ। ਥੋੜ੍ਹੀ ਦੇਰ ਲਈ ਸੰਗੀਤ ਦੀ
ਥਾਪ ਵਿੱਚ ਸ਼ਾਇਦ ਉਸ ਡੂੰਘੀ ਸ਼ਾਂਤੀ ਨੂੰ ਇੱਕ ਪਲ ਕੁ ਲਈ ਵੀ ਛੋਹ ਲਓ, ਜਿਹਦਾ ਸਵਾਦ ਫਿਰ ਭੁਲਾਇਆ ਵੀ ਨਹੀਂ ਭੁੱਲੇਗਾ। ਇਸ ਲਈ ਨਾਨਕ ਸਾਧ ਸੰਗਤ ਦੀ ਬਹੁਤ ਕੀਮਤ ਮੰਨਦੇ ਹਨ ਕਿ ਜਿੱਥੇ ਉਹਦੀ ਚਰਚਾ ਚੱਲ ਰਹੀ ਹੋਵੇ ਉੱਥੇ ਬੈਠਣਾ, ਸੁਣਨਾ। ਸੁਣਦੇ ਸੁਣਦੇ ਹੌਲੀ ਹੌਲੀ ਤੁਹਾਡੇ ਉੱਤੇ ਵੀ ਰੰਗ ਚੜ੍ਹ ਜਾਏਗਾ। ਜੇਕਰ ਤੁਸੀਂ ਬਗੀਚੇ 'ਚੋਂ ਲੰਘੋਗੇ, ਅਣਜਾਣੇ ਹੀ ਤੁਹਾਡੇ ਕੱਪੜਿਆਂ 'ਚ ਫੁੱਲਾਂ ਦੀ ਸੁਗੰਧ ਥੋੜ੍ਹੀ ਜਿਹੀ ਨਾਲ ਆਈ ਜਾਏਗੀ। ਅਤੇ ਜੇ ਤੁਸੀਂ ਸਵੇਰ ਦੇ ਸੂਰਜ ਕੋਲ ਖਲੋਵੋਗੇ ਤਾਂ ਉਹਦੀ ਪੈਦਾਇਸ਼ ਤੇ ਤਾਜ਼ੀਆਂ ਕਿਰਨਾਂ ਤੁਹਾਡੇ ਖੂਨ ਨੂੰ ਵੀ ਅੰਦੋਲਿਤ ਕਰਨਗੀਆਂ। ਰਾਤ ਜੇਕਰ ਤੁਸੀਂ ਚੰਨ ਦੀ ਚਾਨਣੀ 'ਚ ਬੈਠੋਗੇ, ਧਰਤੀ ਉੱਤੇ ਲੰਮੇ ਪੈ ਜਾਓਗੇ, ਆਕਾਸ਼ 'ਚ ਚੰਨ ਨੂੰ ਵੇਖੋਗੇ ਤਾਂ ਉਹਦੀ ਸ਼ੀਤਲਤਾ ਥੋੜ੍ਹਾ ਜਿਹਾ ਤੁਹਾਡੇ ਅੰਦਰ ਵੀ ਰਾਹ ਬਣਾਏਗੀ। ਸਾਧ ਸੰਗਤ ਦਾ ਅਰਥ ਹੈ ਜਿੱਥੇ ਉਹਦਾ ਗੁਣਗਾਨ ਹੋ ਰਿਹਾ ਹੈ। ਹਿੰਦੂਆਂ ਨੇ ਕਿਹਾ ਜਿੱਥੇ ਉਹਦੀ ਨਿੰਦਾ ਹੋ ਰਹੀ ਹੋਵੇ ਉੱਥੇ ਆਪਣੇ ਕੰਨ ਬੰਦ ਕਰ ਲੈਣਾ। ਜਿੱਥੇ ਉਹਦੀ ਚਰਚਾ ਹੋ ਰਹੀ ਹੋਵੇ ਉੱਥੇ ਤੁਸੀਂ ਆਪਣੇ ਸਾਰੇ ਵਿਅਕਤਿਤਵ ਨੂੰ ਕੰਨ ਹੀ ਬਣਾ ਲੈਣਾ, ਕੇਵਲ ਸੁਣਨ ਵਾਲਾ ਹੋ ਜਾਣਾ। ਇਸੇ ਲਈ ਤਾਂ ਨਾਨਕ ਬਾਰ-ਬਾਰ ਕਹਿੰਦੇ ਹਨ, ਸੁਣੀਏ। ਉਹਦੀ ਚਰਚਾ ਕਰ ਰਹੇ ਹਨ, ਉਹਦਾ ਬਖਾਨ ਕਰ ਰਹੇ ਹਨ, ਪਰ ਇੱਕ ਗੱਲ ਬਾਰ-ਬਾਰ ਸਮਰਨ ਦਿਲਾਉਂਦੇ ਹਨ ਕਿ ਬਖਿਆਨ ਕਰਨ ਨਾਲ ਵੀ ਉਹਦਾ ਬਖਿਆਨ ਨਹੀਂ ਹੁੰਦਾ, ਕਿਉਂਕਿ ਕਿਤੇ ਤੁਸੀਂ ਇਸ ਭੁੱਲ 'ਚ ਨਾ ਪੈ ਜਾਣਾ ਕਿ ਜੋ ਕਿਹਾ ਹੈ ਉਹਦੇ ਨਾਲ ਉਹਦਾ ਮਾਪ ਹੋ ਗਿਆ। ਜੋ ਕਿਹਾ ਉਸ ਤੋਂ ਇਸ਼ਾਰਾ ਹੋਇਆ, ਉਸ ਤੋਂ ਮਾਪ ਨਹੀਂ ਹੋਇਆ। ਜੋ ਕਿਹਾ ਉਹ ਤੋਂ ਭੁੱਲ ਨਹੀਂ ਗਿਆ, ਪੂਰਾ ਦਾ ਪੂਰਾ ਭੁੱਲ ਨਹੀਂ ਗਿਆ। ਸ਼ੁਰੂਆਤ ਹੋਈ ਹੈ, ਅੰਤ ਨਹੀਂ ਹੋਇਆ। ਇਸ ਲਈ ਵਖਿਆਨ ਵੀ ਕਰਦੇ ਹਨ ਤੇ ਕਹਿੰਦੇ ਹਨ ਕਿ ਉਹਦਾ ਵਖਿਆਨ ਹੋ ਹੀ ਨਹੀਂ ਸਕਦਾ। ਵੇਦ ਉਹਦਾ ਵਰਣਨ ਕਰਦੇ ਹਨ, ਸ਼ਾਸਤਰ ਉਹਦਾ ਵਰਣਨ ਕਰਦੇ ਹਨ, ਤੇ ਹੋਰ ਵੱਡੀ ਅਨੋਖੀ ਗੱਲ ਕਹੀ ਕਿ ਗੋਪੀ ਤੇ ਗੋਬਿੰਦ ਵੀ ਉਹਦਾ ਵਰਣਨ ਕਰਦੇ ਹਨ। ਗੋਪੀ ਤੇ ਗੋਬਿੰਦ ਤਾਂ ਬੋਲਦੇ ਹੀ ਨਹੀਂ, ਉਹ ਤਾਂ ਨੱਚਦੇ ਹਨ, ਪਰ ਉਸ ਨਾਚ ਵਿੱਚ ਵੀ ਉਸੇ ਦਾ ਹੀ ਵਰਣਨ ਹੈ, ਉਸ ਨਾਚ ਵਿੱਚ ਵੀ ਉਸੇ ਦੀ ਹੀ ਖਬਰ ਹੈ। ਗੋਪੀ ਤੇ ਗੋਬਿੰਦ ਤਾਂ ਚਰਚਾ ਹੀ ਕਿੱਥੇ ਕਰਦੇ ਹਨ, ਉਹ ਤਾਂ ਨੱਚਦੇ ਹਨ। ਚੰਨ ਦੇ ਹੇਠਾਂ ਰਾਸ ਲੀਲਾ ਹੁੰਦੀ ਹੈ, ਗੋਬਿੰਦ ਨੱਚਦੇ ਹਨ ਗੋਪੀਆਂ ਦੇ ਨਾਲ। ਲੇਕਿਨ ਨਾਨਕ ਕਹਿੰਦੇ ਹਨ ਉਹ ਵੀ ਉਸੇ ਦਾ ਵਰਣਨ ਹੈ, ਢੰਗ ਵੱਖਰਾ ਹੈ। ਕੋਈ ਨੱਚ ਕੇ ਕਹਿੰਦਾ, ਕੋਈ ਗਾ ਕੇ ਕਹਿੰਦਾ, ਕੋਈ ਚੁੱਪ ਹੋ ਕੇ ਕਹਿੰਦਾ, ਕੋਈ ਬੋਲ ਕੇ ਕਹਿੰਦਾ, ਲੇਕਿਨ ਸਭ ਉਸੇ ਦਾ ਵਰਣਨ ਹਨ। ਜਿਸ ਨੇ ਉਹਨੂੰ ਜਾਣ ਲਿਆ ਉਹ ਕੁਝ ਵੀ ਕਰੇ, ਉਹਦੇ ਹਰ ਕਰਮ 'ਚ, ਉਹਦੇ ਹਰ ਇਸ਼ਾਰੇ 'ਚ, ਗੈਸਚਰ ਵਿੱਚ ਵੀ ਉਸੇ ਦਾ ਵਰਣਨ ਹੈ। ਬੁੱਧ ਦਾ ਹੱਥ ਵੀ ਉੱਠੇ ਤਾਂ ਉਸ ਹੱਥ ਵਿੱਚ ਵੀ ਉਸੇ ਦੇ ਵੱਲ ਇਸ਼ਾਰਾ ਹੈ। ਬੁੱਧ ਦੀ ਅੱਖ ਵੀ ਖੁੱਲੇ ਤਾਂ ਉਹ ਅੱਖ ਵੀ ਉਸੇ ਦੇ ਵੱਲ ਇਸ਼ਾਰਾ ਹੈ। ਬੁੱਧ ਚੁੱਪ ਹੋਣ ਤਾਂ ਵੀ ਉਸੇ ਦੀ ਗੱਲ ਕਰ ਰਹੇ ਹਨ, ਬੁੱਧ ਬੋਲਣ ਤਾਂ ਵੀ ਉਸੇ ਦੀ ਗੱਲ ਕਰ ਰਹੇ ਹਨ। ਫਿਰ ਹਰ ਪ੍ਰਾਣੀ ਦੇ ਵੱਖਰੇ ਢੰਗ ਹਨ। ਬੁੱਧ ਨੱਚ ਨਹੀਂ ਸਕਦੇ, ਉਹਨਾਂ ਦੀ ਨਿੱਜੀ ਹੋਂਦ ਵਿੱਚ ਨਹੀਂ ਹੈ, ਉਹਨਾਂ ਨੂੰ ਠੀਕ ਵੀ ਨਹੀਂ ਲੱਗੇਗਾ। ਨੱਚਦੇ ਹੋਏ ਬਹੁਤ ਅਸੰਗਤ ਮਾਲੂਮ ਹੋਣਗੇ, ਨਾਚ ਦੇ ਨਾਲ ਉਹਨਾਂ ਦਾ ਤਾਲਮੇਲ ਨਹੀਂ ਹੋਏਗਾ। ਉਹ ਤਾਂ ਬੋਧੀ ਬ੍ਰਿਕਸ਼ ਦੇ ਹੇਠਾਂ ਹੀ ਪਿਆਰੇ ਲੱਗਦੇ ਹਨ, ਜਿਵੇਂ ਬੈਠੇ ਹਨ ਉਸੇ ਤਰ੍ਹਾਂ ਹੀ। ਉਹੀ ਉਹਨਾਂ ਦਾ ਨਾਚ ਹੈ। ਉਹ ਕੰਬਦੇ ਵੀ ਹਨ, ਕੰਪਨ ਹੈ ਵੀ ਨਹੀਂ, ਹਿਲਦੇ ਡੁਲਦੇ ਵੀ ਨਹੀਂ, ਠੀਕ ਪੱਥਰ ਦੇ ਵਾਂਗ। ਬੁੱਧ ਦੀ ਮੂਰਤੀ ਦੇ ਕਾਰਨ ਹੀ ਅਰਬੀ ਅਤੇ ਅਰਬੀ ਦੇ ਨਾਲ ਸੰਬੰਧ ਰੱਖਣ ਵਾਲੀਆਂ ਭਾਸ਼ਾਵਾਂ ਵਿੱਚ ਮੂਰਤੀ ਲਈ ਜਿਹੜਾ ਸ਼ਬਦ ਹੈ ਉਹ ਹੈ ਬੁੱਤ। ਬੁੱਧ ਦਾ ਅਪਭ੍ਰੰਸ਼ ਵਿਗੜਿਆ ਰੂਪ ਹੈ। ਬੁੱਧ ਇੰਨੇ ਮੂਰਤੀ ਵਰਗੇ ਹਨ ਕਿ ਜੇਕਰ ਤੁਸੀਂ ਉਹਨਾਂ ਨੂੰ ਜਿੰਦਾ ਵੀ ਪਾਓਗੇ ਤਾਂ ਲੱਗਣਗੇ ਸੰਗਮਰਮਰ ਦੀ ਮੂਰਤੀ ਹੈ। ਜੇਕਰ ਬੁੱਧ ਦੇ ਪਿੱਛੋਂ ਸੰਗਮਰਮਰ ਦੀਆਂ ਕਰੋੜਾਂ ਕਰੋੜਾਂ ਮੂਰਤੀਆਂ ਬਣੀਆਂ, ਉਹਨਾਂ ਦਾ ਕਾਰਨ ਸੀ ਬੁੱਧ ਉਹੋ ਜਿਹੇ ਲੱਗਦੇ ਸਨ। ਉਹਨਾਂ ਦੇ ਹੋਣ ਦਾ ਢੰਗ ਇੰਨਾ ਮੌਨ ਸੀ, ਉੱਥੇ ਕੋਈ ਕੰਪਨ ਨਹੀਂ ਸੀ। ਨਾਚ ਤਾਂ ਬਹੁਤ ਮੁਸ਼ਕਿਲ ਹੈ। ਉਹ ਤਾਂ ਇਸ ਤਰ੍ਹਾਂ ਬੈਠੇ ਆ ਜਿਵੇਂ ਕਿ ਪੱਥਰ ਹੋਣ। ਸੰਗਮਰਮਰ ਦਾ ਪੱਥਰ ਠੀਕ ਉਹਨਾਂ ਦੀ ਯਾਦ ਦਿਲਾਉਂਦਾ ਹੈ, ਉਵੇਂ ਹੀ ਸ਼ੀਤਲ, ਉਵੇਂ ਹੀ ਸਿੱਥਰ, ਪਰ ਉਹੀ ਬੁੱਧ ਦਾ ਢੰਗ ਹੈ। ਉਸੇ ਤਰ੍ਹਾਂ ਉਹ ਕਹਿੰਦੇ ਹੈ। ਕ੍ਰਿਸ਼ਨ ਨੱਚ ਰਹੇ ਹੈ, ਉਹਨਾਂ ਦਾ ਬੁੱਧ ਤੋਂ ਬਹੁਤ ਵੱਖਰਾ ਢੰਗ ਹੈ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਬੁੱਧ ਮੋਰ ਮੁਕਟ ਬਣ ਕੇ ਖਲੋਤੇ ਹਨ। ਬਹੁਤ ਹੀ ਨਾਟਕੀਏ ਲੱਗਣਗੇ, ਜਚੇਗਾ ਵੀ ਨਹੀਂ। ਪਰ ਜੇਕਰ ਕ੍ਰਿਸ਼ਨ ਨੂੰ ਤੁਸੀਂ ਬੁੱਧ ਵਾਂਗ ਬਿਠਾ ਦਿਓ ਤਾਂ ਉਹ ਵੀ ਉਨੇ ਹੀ ਨਾਟਕੀ ਲੱਗਣਗੇ, ਉਹ ਵੀ ਨਹੀਂ ਜਚੇਗਾ, ਅਭਿਨੈ ਮਾਲੂਮ ਹੋਏਗਾ, ਝੂਠਾ ਲੱਗੇਗਾ। ਕ੍ਰਿਸ਼ਨ ਉੱਤੇ ਥੋਪਿਆ ਨਹੀਂ ਜਾ ਸਕਦਾ। ਕ੍ਰਿਸ਼ਨ ਦੀ ਪਰਸਨੈਲਿਟੀ ਹੋਰ ਢੰਗ ਦੀ ਹੈ। ਉਹ ਮੋਰ ਮੁਕਟ ਵਿੱਚ ਹੀ ਸ਼ੋਭਦੇ ਹਨ, ਉਹ ਨੱਚਦੇ ਹਨ, ਚਾਰੇ ਪਾਸੇ ਗੋਪੀਆਂ ਦਾ ਨਾਚ ਚੱਲਦਾ ਹੈ। ਨਾਨਕ ਕਹਿੰਦੇ ਹਨ ਗੋਪੀ ਤੇ ਗੋਬਿੰਦ ਦੇ ਨਾਚ ਵਿੱਚ ਵੀ ਉਸੇ ਦਾ ਵਖਿਆਨ ਹੈ। ਇਹ ਬਹੁਤ ਪਿਆਰਾ ਕਥਨ ਹੈ ਨਾਨਕ ਦਾ ਕਿ ਉਸੇ ਦੀ ਖਬਰ ਹੈ। ਹਜ਼ਾਰਾਂ ਢੰਗਾਂ ਨਾਲ ਬੁੱਧ ਪੁਰਖਾਂ ਨੇ ਉਹਨੂੰ ਕਿਹਾ ਹੈ, ਜਾਗਰਤ ਪੁਰਖਾਂ ਨੇ ਉਹਨੂੰ ਕਿਹਾ। ਹਜ਼ਾਰਾਂ ਇਸ਼ਾਰੇ ਹਨ, ਜਿਸ ਵੱਲ ਇਸ਼ਾਰਾ ਹੈ ਉਹ ਇੱਕ ਹੈ, ਇੱਕ ਓਂਕਾਰ ਸਤਿਨਾਮ।
ਬ੍ਰਹਮਾ ਤੇ ਇੰਦਰ ਉਹਦਾ ਵਰਣਨ ਕਰਦੇ ਹਨ, ਵਿਸ਼ਨੂੰ ਤੇ ਸਿੱਧ ਉਹਦਾ ਵਰਣਨ ਕਰਦੇ ਹਨ, ਅਨੇਕ ਬੁੱਧ ਉਹਦਾ ਵਰਣਨ ਕਰਦੇ ਹਨ। ਕਿੰਨੇ ਤਾਂ ਵਰਣਨ ਹੀ ਕਰਦੇ ਹਨ, ਕਿੰਨੇ ਵਰਣਨ ਕਰਦੇ ਕਰਦੇ ਵਿਦਾ ਹੋ ਜਾਂਦੇ ਹਨ। ਉਹਨੇ ਜੋ ਕੀਤਾ ਉਹਨੂੰ ਹੋਰ ਕਰੇਗਾ, ਉਹਦਾ ਹਿਸਾਬ ਕੋਈ ਵੀ ਨਹੀਂ ਲਾ ਸਕਦਾ। ਉਹ ਜਿਹੋ ਜਿਹਾ ਚਾਹੁੰਦਾ ਹੈ ਉਹੋ ਜਿਹਾ ਹੀ ਹੋ ਜਾਂਦਾ ਹੈ। ਇਹ ਸ਼ਬਦ ਬਹੁਤ ਵਿਚਾਰਨ ਦੇ ਕਾਬਿਲ ਹੈ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇ ਜੇਵਟ ਭਾਵੈ ਤੇਵਟ ਹੋਏ, ਨਾਨਕ ਜਾਣੇ ਸਾਚਾ ਸੋਏ। ਉਹਦਾ ਵਰਣਨ ਇਸ ਲਈ ਵੀ ਨਹੀਂ ਹੋ ਸਕਦਾ ਕਿ ਪਰਮਾਤਮਾ ਕੋਈ ਪੂਰੀ ਹੋ ਗਈ ਘਟਨਾ ਨਹੀਂ ਹੈ। ਜੇਕਰ ਕੋਈ ਚੀਜ਼ ਪੂਰੀ ਹੋ ਗਈ ਹੋਵੇ ਤਾਂ ਵਰਣਨ ਹੋ ਸਕਦਾ ਹੈ, ਪਰ ਜੇਕਰ ਕੋਈ ਚੀਜ਼ ਅਧੂਰੀ ਹੋਵੇ ਤਾਂ ਵਰਣਨ ਕਿਵੇਂ ਹੋਏਗਾ? ਕੋਈ ਚੀਜ਼ ਜੇਕਰ ਹੁੰਦੀ ਜਾ ਰਹੀ ਹੈ ਤਾਂ ਵਰਣਨ ਕਿਵੇਂ ਹੋਏਗਾ? ਜੇਕਰ ਕਿਸੇ ਆਦਮੀ ਦੀ ਆਤਮ ਕਥਾ ਲਿਖਣੀ ਹੋਵੇ ਤਾਂ ਉਹਦੇ ਮਰਨ ਤੱਕ ਸਾਨੂੰ ਰੁਕਣਾ ਪਏਗਾ। ਜੇਕਰ ਉਹਦੀ ਜੀਵਨ ਕਥਾ ਸਾਨੂੰ ਲਿਖਣੀ ਹੈ ਤਾਂ ਮੌਤ ਦੇ ਬਾਅਦ ਹੀ ਲਿਖੀ ਜਾ ਸਕਦੀ ਹੈ, ਕਿਉਂਕਿ ਆਦਮੀ ਅਜੇ ਅਧੂਰਾ ਹੈ, ਅਜੇ ਹੋਰ ਅਧਿਆਏ ਬਾਕੀ ਹੈ। ਪਰਮਾਤਮਾ ਦੀ ਜੀਵਨ ਕਥਾ ਕਿਵੇਂ ਲਿਖੀਏ? ਕਿਉਂਕਿ ਉਹ ਕਦੇ ਵੀ ਮਰੇਗਾ ਨਹੀਂ, ਕਦੇ ਬੁੱਢਾ ਨਹੀਂ ਹੋਏਗਾ, ਕਦੇ ਆਖਰੀ ਹਿੱਸਾ ਨਹੀਂ ਆਏਗਾ ਜਿੱਥੇ ਅਸੀਂ ਕਹਿ ਦਈਏ ਦ ਐਂਡ, ਜਿੱਥੇ ਇਤੀ ਸ਼੍ਰੀ ਹੋ ਜਾਏ। ਉਹ ਹੁੰਦਾ ਹੀ ਰਹੇਗਾ। ਪਰਮਾਤਮਾ ਲਗਾਤਾਰ ਹੋਣਾ ਹੈ, ਇਟਰਨਲ, ਸ਼ਾਸਵਤ, ਅਭਿਵਿਅਕਤੀ। ਉਹ ਫੁੱਲ ਖਿੜਦਾ ਹੀ ਜਾਂਦਾ ਹੈ। ਉਹਦੀਆਂ ਪੱਤੀਆਂ ਉਸ ਥਾਂ ਨਹੀਂ ਆਉਂਦੀਆਂ ਜਿੱਥੇ ਅਸੀਂ ਕਹਿ ਦਈਏ ਫੁੱਲ ਪੂਰਾ ਖਿੜ ਗਿਆ। ਉਹ ਸਦਾ ਤੋਂ ਖਿੜਦਾ ਰਿਹਾ ਹੈ, ਸਦਾ ਖਿੜਦਾ ਰਹੇਗਾ। ਧੰਨਵਾਦ।